जी आए ਨੂੰ प्यारे विद्यार्थियों 10th क्लास ਦੀ इंग्लिश ਦੀ बुक इंग्लिश ग्रामर एंड कंपोजिशन उसका चैप्टर नंबर 5 रिपोर्टेड स्पीच टेस्टिंग एक्सरसाइजेस ਦੀ ਪਹਿਲੀ ਐਕਸਰਸਾਈਜ਼ ਤੇ ਉਹਦੇ ਪਹਿਲੇ ਤਿੰਨ ਪਾਰਟ 1 2 ਐਂਡ 3 ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਸੋ ਨੋਟਬੁੱਕ ਤੇ ਪੈਨ ਲੈ ਕੇ ਆਨਸਰਸ ਨੂੰ ਨੋਟ ਡਾਊਨ ਕਰ ਲਓ, ਐਕਸਪਲੇਨੇਸ਼ਨ ਨੂੰ ਧਿਆਨ ਨਾਲ ਸੁਣੋ ਤੇ ਮਗਰੋਂ ਦੀ ਇਹਨਾਂ ਐਕਸਰਸਾਈਜ਼ਸ ਨੂੰ ਬਿਨਾਂ ਦੇਖੇ ਆਪਣੇ ਆਪ ਜ਼ਰੂਰ ਕਰੋ। ਸੋ ਆਓ ਸ਼ੁਰੂ ਕਰੀਏ। ਸੋ ਟੈਸਟਿੰਗ ਐਕਸਰਸਾਈਜ਼ 1 ਕਹਿੰਦੇ ਰੀਡ ਦੀ ਫੋਲੋਇੰਗ ਕਨਵਰਸੇਸ਼ਨ ਹੁੰਦੀ ਹੈ ਵਾਰਤਾਲਾਪ, ਗੱਲਬਾਤ, ਐਂਡ ਕੰਪਲੀਟ ਦੀ ਰਿਪੋਰਟ ਦੈਟ ਫੋਲੋਸ। ਠੀਕ ਹੈ। ਸੋ ਪਾਰਟ 1 ਕਿਉਂਕਿ ਮੈਂ ਇੱਥੇ ਇਦਾਂ ਲਿਖਿਆ ਇਹ ਪੂਰਾ ਆਣਾ ਨਹੀਂ ਸੀਗਾ, ਸੋ ਥੱਲੇ ਦੇਖਦੇ ਹਾਂ। ਸੋ ਇਹ ਬੱਚਿਓ ਹੈਗੀ ਕਨਵਰਸੇਸ਼ਨ ਮਨੀ ਔਰ ਮਹਿਕ ਦੇ ਵਿੱਚ, ਤੇ ਫਿਰ ਇਹ ਜਿਹੜੀ ਕਨਵਰਸੇਸ਼ਨ ਹੈ ਪੂਰੀ ਡਾਇਲੋਗ ਹੈਗਾ ਇਹਨੂੰ ਅਸੀਂ ਇਦਾਂ ਲਿਖਿਆ। ਸੋ ਫਿਲ ਇਨ ਦੀ ਬਲੈਂਕਸ ਜਿਹੜੇ ਸੀ ਭਰਨ ਵਾਲੇ ਉਹ ਮੈਂ ਭਰ ਦਿੱਤੇ ਨੇ ਤੁਹਾਡੀ ਕਿਤਾਬ 'ਚ। ਜਿਹੜਾ ਫਿਲ ਇਨ ਦੀ ਬਲੈਂਕ ਜੇਗਾ ਉਹ ਤੁਹਾਡੀ ਕਿਤਾਬ 'ਚ ਲਿਖਿਆ ਹੋਇਆ ਤੇ ਅੱਗੇ ਅਸੀਂ ਭਰਿਆ। ਅਸਲ ਵਿੱਚ ਇਹ ਬੱਚਿਓ ਇਹ ਤਾਂ ਇਹਨਾਂ ਨੇ ਪ੍ਰੈਕਟਿਸ ਕਰਵਾਈ ਹੈ ਕਿਉਂਕਿ ਜਿਹੜੀ ਅਸੀਂ ਸਕੂਲ ਦੇ ਕਿਤਾਬਾਂ 'ਚ ਲੈਸਨਸ ਪੜ੍ਹਦੇ ਹਾਂ, ਆਪਣੀ ਕਹਾਣੀ ਹੋਏ, ਕੋਈ ਲੇਖ ਹੋਏ, ਕੋਈ ਨਿਬੰਧ ਹੋਏ, ਉਹਦੇ 'ਚ ਕਾਫੀ ਜਗ੍ਹਾ ਇੱਦਾਂ ਵਾਰਤਾਲਾਪ ਹੁੰਦਾ ਹੈ, ਇਨਵਰਟਿਡ ਸਪੀਚ, ਮਤਲਬ ਕਿ ਜਿਹੜੀ ਡਾਇਰੈਕਟ ਸਪੀਚ ਹੁੰਦੀ ਹੈ। ਤੇ ਜਦੋਂ ਅਸੀਂ ਕੁਐਸਚਨ ਆਨਸਰਸ ਕਰਦੇ ਹਾਂ ਤੇ ਉਹ ਸਾਨੂੰ ਇਨਡਾਇਰੈਕਟ ਸਪੀਚ ਵਿੱਚ ਲਿਖਣੇ ਪੈਂਦੇ ਨੇ, ਇਸ ਕਰਕੇ ਅਭਿਆਸ ਜ਼ਰੂਰੀ ਹੈ। ਸੋ ਮਨੀ ਕਹਿੰਦੀ ਹੈ ਮਹਿਕ ਨੂੰ, ਮਨੀ ਕਹਿੰਦੀ ਹੈ ਮਹਿਕ I am going to fly out to ਸ਼੍ਰੀਲੰਕਾ। ਮੈਂ ਫਲਾਈਟ ਲੈ ਕੇ ਹਵਾਈ ਜਹਾਜ਼ ਰਾਹੀਂ ਸ਼੍ਰੀਲੰਕਾ ਜਾ ਰਹੀ ਹਾਂ। ਟੂ ਵਿਜ਼ਿਟ ਮਾਈ ਸਿਸਟਰ ਮੇਰੀ, ਆਪਣੀ ਭੈਣ ਮੇਰੀ ਦੇ ਕੋਲ। ਠੀਕ ਹੈ। ਫਿਰ ਮਹਿਕ ਜਵਾਬ ਦਿੰਦੀ ਹੈ ਮੇਰੀ ਇਜ਼ ਵੈਰੀ ਸਵੀਟ, ਤੇ ਮੇਰੀ ਜਿਹੜੀ ਹੈ ਬਹੁਤ ਪਿਆਰੀ ਹੈ। ਸ਼ੀ ਵਿਲ ਬੀ ਹੈਪੀ ਟੂ ਰਿਸੀਵ ਯੂ, ਉਹ ਤੈਨੂੰ ਉੱਥੇ ਆਇਆ ਦੇਖ ਕੇ ਬਹੁਤ ਖੁਸ਼ ਹੋਏਗੀ, ਤੈਨੂੰ ਰਿਸੀਵ ਕਰਕੇ ਬਹੁਤ ਖੁਸ਼ ਹੋਏਗੀ। ਮਨੀ ਫਿਰ ਜਵਾਬ ਦਿੰਦੀ ਹੈ ਯੈਸ, ਹਾਂ। ਕਹਿੰਦੀ ਆਈ ਵਿਲ ਸਟੇ ਦੇਅਰ ਫॉर 1 month, ਮੈਂ ਉੱਥੇ 1 ਮਹੀਨੇ ਲਈ ਰਵਾਂਗੀ। ਹੁਣ ਇਹ ਬੱਚੋ ਇਹਨੂੰ ਅਸੀਂ ਇਨਡਾਇਰੈਕਟ ਸਪੀਚ ਵਿੱਚ ਜਿੱਦਾਂ ਕਨਵਰਟ ਕਰਨਾ ਹੈ। ਮਨੀ ਇਨਫੋਰਮਡ ਹਰ, ਕਿਉਂਕਿ ਉਹਨੇ ਜਾਣਕਾਰੀ ਦੇ ਰਹੀ ਹੈ ਨਾ ਉਹਨੂੰ। ਮਨੀ ਇਨਫੋਰਮਡ ਹਰ ਫਰੈਂਡ ਮਹਿਕ that she was going to fly out to Sri Lanka to visit her sister Mary। ਠੀਕ ਹੈ, ਕਿ ਉਹ ਆਪਣੀ ਜਿਹੜੀ ਭੈਣ ਹੈ ਉਹਨੂੰ ਮਿਲਣ ਸ਼੍ਰੀਲੰਕਾ ਜਾ ਰਹੀ ਹੈ। ਠੀਕ ਹੈ, ਜਾ ਰਹੀ ਸੀ, ਉਹਨੇ ਇਨਫੋਰਮ ਕੀਤਾ। ਮਹਿਕ ਰਿਪਲਾਈਡ, ਮਹਿਕ ਨੇ ਫਿਰ ਜਵਾਬ ਦਿੱਤਾ that Mary was very sweet, ਕਿ ਮੇਰੀ ਬੜੀ ਪਿਆਰੀ, and would be very happy to receive her, ਤੇ ਉਹਨੂੰ ਰਿਸੀਵ ਕਰਕੇ ਉਹ ਬਹੁਤ ਖੁਸ਼ ਹੋਏਗੀ। ਮਨੀ ਐਡਮਿਟਡ, ਮਨੀ ਨੇ ਇਹ ਗੱਲ ਮੰਨੀ, ਯਸ ਕਿਹਾ ਨਾ ਉਹਨੇ, ਯਸ ਦਾ ਮਤਲਬ ਕਿ ਐਡਮਿਟਡ। ਮਨੀ ਐਡਮਿਟਡ ਦੈਟ ਇਟ ਵਾਜ਼ ਟਰੂ, ਵੀ ਇਹ ਗੱਲ ਸਹੀ ਸੀ। ਐਂਡ ਇਨਫੋਰਮਡ ਹਰ, ਅਤੇ ਉਹਨੂੰ ਇਨਫੋਰਮ ਕੀਤਾ ਦੈਟ ਸ਼ੀ ਵੁੱਡ ਸਟੇ ਦੇਅਰ ਫॉर 1 month। ਠੀਕ ਹੈ। ਅਸੀਂ ਬੱਚੇ ਮੰਨ ਕੇ ਚੱਲ ਰਹੇ ਹਾਂ ਕਿ ਮਨੀ ਜਿਹੜਾ ਹੈ ਇਹ ਵੀ ਕੁੜੀਆਂ ਦਾ ਨਾਮ ਹੈ। ਹੁਣ ਇਹ ਸਾਊਥ ਇੰਡੀਅਨ ਨਾਮ ਹੈਗਾ, ਹੋ ਸਕਦਾ ਮਨੀ ਬੰਦਿਆਂ ਦਾ ਨਾਮ ਵੀ ਹੁੰਦਾ ਹੋਵੇ, ਤੇ ਫਿਰ ਇੱਥੇ ਪਰ ਇੱਥੇ ਮਨੀ ਭੁਲੇਖਾ ਨਹੀਂ ਪੈਂਦਾ ਕਿਉਂਕਿ ਮਨੀ ਇਨਫੋਰਮਡ ਹਰ ਫਰੈਂਡ। ਮੇਰੇ ਨਾਲ ਜਹਾਜ਼ ਦੇ ਉੱਤੇ ਇੱਕ ਸਾਊਥ ਇੰਡੀਅਨ ਸੀਗਾ ਕੇਰਲਾ ਦਾ, ਸੈਕੰਡ ਇੰਜੀਨੀਅਰ, ਉਹਦਾ ਨਾਮ ਮਨੀ ਸੀ, ਉਹ ਬੰਦਾ ਸੀਗਾ। ਸੋ ਕਈ ਵਾਰ ਨਾਂ ਐਸੇ ਹੁੰਦੇ ਨੇ ਬੱਚਿਓ, ਜਿੱਦਾਂ ਸਰੋਜ ਨਾਂ ਜਿਹੜਾ ਹੈ ਕੁੜੀਆਂ ਦਾ ਵੀ ਹੁੰਦਾ, ਤੇ ਮੇਰਾ ਬੈਚਮੇਟ ਸੀਗਾ ਮਰਚੈਂਟ ਨੇਵੀ ਦੇ ਵਿੱਚ, ਇੱਕ ਅਸੀਂ ਇਕੱਠੇ ਟ੍ਰੇਨਿੰਗ ਕੀਤੀ ਸੀ, ਉਹਦਾ ਨਾਂ ਵੀ ਸਰੋਜ ਸੀਗਾ। ਸੋ ਮੁੰਡਾ ਸੀ ਸਰੋਜ, ਤੇ ਕੁੜੀਆਂ ਦਾ ਨਾਂ ਵੀ ਸਰੋਜ ਹੁੰਦਾ। ਸੋ ਮਨੀ ਇਹਦਾ ਮਤਲਬ ਕਿ ਮੁੰਡਿਆਂ ਦਾ ਨਾਂ ਵੀ ਹੁੰਦਾ, ਮੈਂ ਜੋ ਦੇਖਿਆ, ਤੇ ਇੱਧਰੋਂ ਦੀ ਪਤਾ ਲੱਗਦਾ ਕੁੜੀਆਂ ਦਾ ਨਾਮ ਵੀ ਹੁੰਦਾ ਕਿ ਮਨੀ ਇਨਫੋਰਮਡ ਹਰ ਫਰੈਂਡ। ਇੱਧਰੋਂ ਪਤਾ ਲੱਗ ਜਾਂਦਾ ਹੈ ਕਿ ਜਿਹੜੀ ਮਨੀ ਹੈ ਉਹ ਕੁੜੀ ਹੈ। ਸੋ ਇਸ ਕਰਕੇ ਬੱਚੇ ਇਸ ਗੱਲ ਦਾ ਖਿਆਲ ਰੱਖਣਾ, ਇੱਥੇ ਹਰ ਆ ਗਿਆ, ਇਸ ਕਰਕੇ ਅਸੀਂ ਇੱਥੇ ਹਰ ਲਿਖਿਆ, ਤੇ ਇਨਫੋਰਮਡ ਹਰ ਇੱਥੇ ਵੀ ਆ ਗਿਆ, ਔਰ ਇੱਥੇ ਵੀ ਦੇਖੋ ਸ਼ੀ ਵੁੱਡ ਸਟੇ। ਸੋ ਮਨੀ ਜਿਹੜੀ ਹੈ, ਸੋ ਇਸ ਗੱਲ ਦਾ ਪ੍ਰੋਨਾਉਨ ਦਾ ਖਿਆਲ ਰੱਖਣਾ ਕਿ ਇੱਥੇ ਹੀ ਨਹੀਂ ਆਏਗਾ, ਸ਼ੀ ਆਏਗਾ। ਇਹ ਗੱਲਾਂ ਦਾ ਵੀ ਤੁਸੀਂ ਬੜਾ ਧਿਆਨ ਦੇਣਾ। ਠੀਕ ਹੈ, ਅੱਗੇ ਚਲੀਏ। ਹੁਣ ਆ ਗਿਆ ਨੰਬਰ 2 ਡਾਇਲੋਗ। ਮਿਸਟਰ ਰਾਓ ਕੀ ਕਹਿੰਦਾ, ਆਈ ਅੰਡਰਸਟੈਂਡ ਯੂ ਹੈਡ ਐਨ ਆਰਗੂਮੈਂਟ ਵਿਦ ਯੂਰ ਵਾਈਫ। ਮਿਸਟਰ ਰਾਓ ਕਹਿ ਰਿਹਾ ਹੈ ਮਿਸਟਰ ਗੋਪਾਲ ਨੂੰ, ਕਹਿੰਦਾ ਮੈਨੂੰ ਪਤਾ ਲੱਗਾ ਹੈ ਕਿ ਤੇਰੇ ਪਤਨੀ ਦੇ ਨਾਲ ਕੋਈ ਬਹਿਸ ਹੋਈ ਸੀਗੀ। ਮਿਸਟਰ ਗੋਪਾਲ ਕਹਿੰਦਾ ਯੈਸ, ਕਹਿੰਦਾ ਹਾਂ ਹੋਈ ਸੀ। ਮਿਸਟਰ ਰਾਓ ਫਿਰ ਜਵਾਬ ਦਿੰਦਾ ਹਾਊ ਡਿਡ ਇਟ ਐਂਡ ਅਪ, ਤੇ ਫਿਰ ਇਹਦਾ ਕੀ ਸਿੱਟਾ ਨਿਕਲਿਆ, ਵੀ ਉਸ ਦਾ ਨਤੀਜਾ ਕੀ ਨਿਕਲਿਆ, ਉਹਦਾ ਅੰਤ ਕੀ ਹੋਇਆ। ਹੁਣ ਬੱਚੇ ਇੱਕ ਕਿਸਮ ਦਾ ਚੁਟਕਲਾ ਹੈ। ਮਿਸਟਰ ਗੋਪਾਲ ਕਹਿੰਦਾ ਅਲਟੀਮੇਟਲੀ, ਕਹਿੰਦੇ ਅਖੀਰ ਨੂੰ ਇਹ ਹੋਇਆ, ਸ਼ੀ ਕੇਮ ਡਾਊਨ ਔਨ ਹਰ ਨੀਜ਼, ਉਹ ਆਪਣੇ ਗੋਡਿਆਂ ਤੇ ਪੈ ਗਈ। ਹੁਣ ਬੰਦਾ ਸਟਾਰਟਿੰਗ ਤੇ ਇਹ ਕਹੇਗਾ ਵੀ ਉਹਨੇ ਹਾਰ ਮੰਨ ਲਈ, ਪਰ ਅਸਲ ਵਿੱਚ ਗੋਡਿਆਂ ਤੇ ਕਿਉਂ ਪਈ, ਕਹਿੰਦੇ ਸ਼ੀ ਕੇਮ ਡਾਊਨ ਔਨ ਹਰ ਨੀਜ਼, ਅਰਥਾਤ ਉਹ ਗੋਡਿਆਂ ਭਾਰ ਆ ਗਈ। ਐਂਡ ਸੈਡ, ਅਤੇ ਕਿਹਾ, ਕਮ ਆਊਟ ਫਰੋਮ ਬੀਨੀਥ ਦੀ ਬੈੱਡ,
भी मंजे के थल्लों की बाहर आ। अर्थात मिस्टर गोपाल कहना चाहता है कि मैं अपनी पत्नी को डरदा होया मंजे के थल्ले वड़ गया, बैड के थल्ले वड़ गया। तो ਉਹਦੀ ਜਿਹੜੀ ਪਤਨੀ ਸੀਗੀ ਉਹ ਗੋਡਿਆਂ ਭਾਰ ਥੱਲੇ ਹੋਈ, ਸਿਰ ਥੱਲੇ ਕਰਕੇ ਉਹਨੇ ਕਮ ਆਊਟ ਫਰੋਮ ਬੀਨੀਥ ਦੀ ਬੈਡ, ਕਹਿੰਦੇ ਇਹ ਬੈਡ ਦੇ ਥੱਲਿਓਂ ਦੀ ਬਾਹਰ ਆ ਐਂਡ ਫਾਈਟ ਲਾਈਕ ਅ ਮੈਨ, ਤੇ ਬੰਦਿਆਂ ਵਾਂਗੂ ਮਰਦਾਂ ਵਾਂਗੂ ਲੜਾਈ ਕਰ। ਅਰਥਾਤ ਮਤਲਬ ਕਿ ਇਹ ਗੱਲ ਥੋੜੀ ਹਿਊਮਰ ਵਾਲੀ ਹੈਗੀ, ਹਾਸੇ ਠੱਠੇ ਵਾਲੀ ਹੈਗੀ ਹੈ। ਤੇ ਉਹ ਗੋਪਾਲ ਨੇ ਦੱਸਿਆ ਵੀ ਇਹ ਗੱਲ ਦਾ ਅੰਤ ਇੱਦਾਂ ਹੋਇਆ ਵੀ ਉਹ ਗੋਡਿਆਂ ਭਾਰ ਪਈ ਤੇ ਮੈਨੂੰ ਕਿਹਾ ਕਾਕਾ ਆ ਜਾ ਬਾਹਰ ਤੇ ਮਰਦਾਂ ਵਾਂਗੂ ਲੜਾਈ ਕਰ ਮੇਰੇ ਨਾਲ। ਸੋ ਆਓ ਦੇਖੋ ਬੱਚੋ ਇਸ ਡਾਇਲੌਗ ਨੂੰ ਅਸੀਂ ਕਿਦਾਂ ਬਦਲਦੇ ਹਾਂ ਇਨਡਾਇਰੈਕਟ ਸਪੀਚ ਵਿੱਚ। ਮਿਸਟਰ ਰਾਓ ਵਾਂਟਡ ਟੂ ਨੋ, ਮਿਸਟਰ ਰਾਓ ਨੇ ਜਾਣਨਾ ਚਾਹਿਆ ਫਰੋਮ ਮਿਸਟਰ ਗੋਪਾਲ ਤੋਂ ਇਫ ਹੀ ਹੈਡ ਐਨ ਆਰਗੂਮੈਂਟ ਵਿਦ ਹਿਸ ਵਾਈਫ, ਕੀ ਉਹਨੇ ਕੀ ਉਹਦੀ ਆਪਣੀ ਪਤਨੀ ਦੇ ਨਾਲ ਕੋਈ ਬਹਿਸ ਹੋਈ ਸੀ। ਮਿਸਟਰ ਗੋਪਾਲ ਐਡਮਿਟਡ, ਉਹਨੇ ਕਹਿੰਦਾ ਯੈਸ। ਸੋ ਮਿਸਟਰ ਗੋਪਾਲ ਐਡਮਿਟਡ ਦੈਟ ਹੀ ਹੈਡ ਐਨ ਆਰਗੂਮੈਂਟ, ਕਿ ਹਾਂ ਉਹਦੀ ਆਪਣੀ ਪਤਨੀ ਨਾਲ ਬਹਿਸ ਹੋਈ ਸੀ। then Mr. Rao wanted to know, फिर मिस्टर राव ने जानना चाहा कि how it ended up, कि वो फिर ਉਹਦਾ ਨਿਪਟਾਰਾ ਕਿਦਾਂ ਹੋਇਆ, ਉਹ ਗੱਲ ਕਿਦਾਂ ਮੁੱਕੀ। so Mr. Gopal told him, ਮਿਸਟਰ ਗੋਪਾਲ ਨੇ ਉਹਨੂੰ ਕਿਹਾ ਮਿਸਟਰ ਰਾਓ ਨੂੰ that ultimately, ਕਿ ਓੜਕ ਅਖੀਰ ਨੂੰ she came down on her knees, ਉਹ ਆਪਣੇ ਗੋਡਿਆਂ ਭਾਰ ਆਈ ਥੱਲੇ and dared ਮੈਨੇ ਉਹਨੂੰ ਚੈਲੰਜ ਕੀਤਾ, ਮੈਨੂੰ ਵੰਗਾਰਿਆ and dared him, ਉਹਨੂੰ ਕਿਹਨੂੰ ਮਿਸਟਰ ਗੋਪਾਲ ਨੂੰ to come out from beneath the bed and fight like a man। ਸੋ ਬੱਚਿਓ ਬੜਾ ਹੀ ਮਹੱਤਵਪੂਰਨ ਹੈ ਜਿੱਦਾਂ ਡਾਇਲੌਗ ਟਾਈਪ ਇਹਨੂੰ ਇਨਡਾਇਰੈਕਟ ਸਪੀਚ ਵਿੱਚ ਕਨਵਰਟ ਕਰਨਾ। ਅਸੀਂ ਪਹਿਲੇ ਐਕਸਰਸਾਈਜ਼ਾਂ ਵਿੱਚ ਇੱਕ ਸੈਂਟੈਂਸ ਦਾ ਇਨਡਾਇਰੈਕਟ ਸਪੀਚ ਦੀ ਪ੍ਰੈਕਟਿਸ ਕੀਤੀ ਹੈ, ਪਰ ਇਹ ਬਹੁਤ ਮਹੱਤਵਪੂਰਨ ਨੇ। ਇਹਦੇ ਰਾਹੀਂ ਤੁਹਾਨੂੰ ਪਤਾ ਲੱਗੇਗਾ ਕਿ ਕਿਤਾਬ ਦੇ ਲੈਸਨ ਦੇ ਵਿੱਚੋਂ ਅਸੀਂ ਆਨਸਰਸ ਕਿੱਦਾਂ ਤਿਆਰ ਕਰਦੇ ਹਾਂ। ਠੀਕ ਹੈ, ਅੱਗੇ ਚਲੀਏ। ਹੁਣ ਆ ਗਿਆ ਪਾਰਟ 3 ਆਖਰੀ ਇਹਦਾ। ਐਲੀਫੈਂਟ, ਹਾਥੀ ਕਹਿੰਦਾ ਹੈ I can't play with you, मैं तेरे ਨਾਲ नहीं खेड सकता। My driver will scold me, scold ਦਾ ਮਤਲਬ ਹੁੰਦਾ ਹੈ ਝਾੜਨਾ, ਡਾਂਟ ਡਪਟ ਕਰਨਾ। So my driver will scold me, ਮੇਰਾ ਡਰਾਈਵਰ ਮੈਨੂੰ ਝਾੜੇਗਾ as I have to do a lot of work, ਕਿਉਂਕਿ ਮੈਨੂੰ ਕੋ ਕਰਨ ਲਈ ਹਾਲੇ ਬਹੁਤ ਸਾਰਾ ਕੰਮ ਪਿਆ ਹੈ। ਸੋ ਜਵਾਬ ਦੇ ਰਹੀ ਐਂਡ ਕੀੜੀ। ਸੋ ਹਾਥੀ ਅਤੇ ਕੀੜੀ ਦੇ ਵਿੱਚ ਦਾ ਵਾਰਤਾਲਾਪ ਹੈ, ਇਹ ਵੀ ਇੱਕ ਕਿਸਮ ਦਾ ਚੁਟਕਲਾ ਹੀ ਹੈ। ਸੋ ਕੀੜੀ ਨੂੰ ਕੀ ਕਹਿੰਦੀ ਹੈ, ਡੋਂਟ ਬੀ ਅਫਰੇਡ, ਕਹਿੰਦਾ ਤੂੰ ਘਬਰਾ ਨਾ। ਕੀੜੀ ਨੇ ਕਿਹਾ ਤੂੰ ਘਬਰਾ ਨਾ, ਡੋਂਟ ਬੀ ਅਫਰੇਡ, ਡਰਨਾ। ਹਾਈਡ ਬਿਹਾਈਂਡ ਮੀ, ਤੂੰ ਮੇਰੇ ਮਗਰ ਲੁਕ ਜਾਈਂ ਵੈਨ ਹੀ ਕਮਸ, ਅਰਥਾਤ ਜਦੋਂ ਤੇਰਾ ਡਰਾਈਵਰ ਆਉਂਦਾ ਹੈ ਤੂੰ ਉਹ ਤੋਂ ਡਰ ਨਾ ਵੀ ਉਹ ਤੈਨੂੰ ਝਾੜੇਗਾ, ਤੂੰ ਮੇਰੇ ਪਿੱਛੇ ਲੁਕ ਜਾਈਂ। ਹੁਣ ਕੀੜੀ ਹਾਥੀ ਨੂੰ ਕਹਿ ਰਹੀ ਹੈ ਤੂੰ ਮੇਰੇ ਪਿੱਛੇ ਲੁਕ ਜਾਈਂ। ਸੋ ਇਸ ਕਿਸਮ ਦਾ ਇੱਕ ਕਿਸਮ ਦਾ ਚੁਟਕਲਾ ਹੈ। ਸੋ ਦੇਖੀਏ ਇਹਦਾ ਇਹ ਬਣਿਆ, ਦੀ ਐਲੀਫੈਂਟ ਟੋਲਡ ਦੀ ਐਂਟ that he could not play with her, ਐਲੀਫੈਂਟ ਨੇ ਕੀੜੀ ਨੂੰ ਕਿਹਾ ਕਿ ਉਹਦੇ ਨਾਲ ਨਹੀਂ ਖੇਡ ਸਕਦਾ ਸੀ because, ਕਿਉਂਕਿ he had to do a lot of work, ਇੱਥੇ ਨਾ I have to do ਦਾ ਬਣ ਜਾਏਗਾ had to do a lot of work and his driver would scold him, ਅਤੇ ਉਹਦਾ ਡਰਾਈਵਰ ਉਹਨੂੰ ਝਿੜਕੇਗਾ। ਠੀਕ ਹੈ, ਠੀਕ ਹੈ। ਫਿਰ ਦੀ ਐਂਟ advised him, ਸੋ ਐਂਟ ਨੇ ਉਹਨੂੰ ਸਲਾਹ ਦਿੱਤੀ ਵੀ ਘਬਰਾ ਨਾ, not to be afraid, ਉਹਨੂੰ ਸਲਾਹ ਦਿੱਤੀ ਵੀ ਤੂੰ ਡਰਨਾ, and asked him to hide behind her, ਤੇ ਉਹਨੂੰ ਕਿਹਾ ਕਿ ਮੇਰੇ ਮਗਰ ਲੁਕ ਜਾਈਂ when he came, ਸੋ comes ਦਾ ਬਣ ਜਾਏਗਾ came। ਠੀਕ ਹੈ, ਸੋ not to be afraid, ਠੀਕ ਹੈ। advice ਤੇ ਇੱਥੇ ਆਈ ਗਿਆ, the ant advised him not to be afraid and asked him to hide behind her। ਇਹਦੇ ਕੋਲ hide behind me ਕੀ ਹੈਗਾ, ਇਹ ਜੇ ਤੁਸੀਂ ਇੱਕ ਸੈਂਟੈਂਸ ਦੇਖੋ ਇੰਨਾ ਹਿੱਸਾ ਤੇ ਇੰਪੈਰੇਟਿਵ ਹੈਗਾ, ਇੱਕ ਹਿਦਾਇਤ ਹੈਗੀ ਹੈ, ਇੰਸਟਰਕਸ਼ਨ ਹੈਗੀ ਹੈ ਕਿ ਹਾਈਡ ਬਿਹਾਈਂਡ ਮੀ, ਉਹਨੂੰ ਸਲਾਹ ਦੇ ਰਹੀ ਹੈ ਕਿ ਮੇਰੇ ਮਗਰ ਲੁਕ ਜਾਈਂ। ਸੋ ਹਾਈਡ ਦਾ ਬਣ ਜਾਏਗਾ ਟੂ ਹਾਈਡ ਬਿਹਾਈਂਡ ਹਰ ਵੈਨ ਹੀ ਕੇਮ। ਸੋ ਐਸੀ ਪਿਆਰੇ ਵਿਦਿਆਰਥੀਓ ਟੈਸਟਿੰਗ ਐਕਸਰਸਾਈਜ਼ 1 ਦੇ ਪਹਿਲੀ 3 ਐਕਸਰਸਾਈਜ਼ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ। ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।